ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਅੱਜ ਇੱਕ ਅਜਿਹੀ ਸਮੱਸਿਆ ਦੇ ਉੱਤੇ ਚਰਚਾ ਕਰਾਂਗੇ ਜਿਨੇ ਹਰ ਘਰ ਦੇ ਵਿੱਚ ਕਹਿ ਦਈਏ ਤਾਂ ਘਰ ਕਰ ਲਿਆ ਹੈ। ਸ਼ੂਗਰ ਦੀ ਸਮੱਸਿਆ ਪਹਿਲਾਂ ਕਦੇ ਨਹੀਂ ਸੁਣਦੇ ਹੁੰਦੇ ਸੀਗੇ, ਪਰ ਹੁਣ ਅਕਸਰ ਕਿਸੇ ਨੂੰ ਪੁੱਛ ਲਓ ਕਿ ਭਾਈ ਤੇਰੇ ਸਾਹਮਣੇ ਮਿੱਠੇ ਦੀ ਪਲੇਟ ਪਈ ਆ ਤਾਂ ਉਹ ਮਾੜੀ ਜੀ ਚੁੰਡੀ ਭਰ ਲੂਗਾ ਕਿਸੇ ਚੀਜ਼ ਦੀ, ਕਹੂਗਾ ਨਾ ਜੀ ਮੈਨੂੰ ਤਾਂ ਸ਼ੂਗਰ ਹੈ। ਸ਼ੂਗਰ, ਮਧੂਮੇਹ, ਡਾਇਬਟੀਜ਼ ਕਈ ਨਾਮ ਨੇ ਤੇ ਕਈ ਤਰੀਕਿਆਂ ਦੇ ਪ੍ਰੋਡਕਟ ਵੀ ਨੇ ਜਿਹੜੇ ਇਹਨੂੰ ਕਹਿੰਦੇ ਜੀ ਕੰਟਰੋਲ ਕਰ ਦਿੰਦੇ ਨੇ। ਪਰ ਕੀ ਅਸਲ ਦੇ ਵਿੱਚ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ? ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਅਸੀਂ ਚੰਡੀਗੜ੍ਹ ਪਹੁੰਚੇ ਹਾਂ, ਸੈਕਟਰ 44D ਵਰਦਾਨ ਆਯੁਰਵੈਦਿਕ ਸੈਂਟਰ, ਜਿੱਥੇ MD ਮਿਸਟਰ ਸੁਭਾਸ਼ ਗੋਇਲ ਖਿੜੇ ਮੱਥੇ ਮਿਲਦੇ ਨੇ ਤੇ ਤੁਹਾਡੀ ਕੋਈ ਨਾ ਕੋਈ ਸਮੱਸਿਆ ਦਾ ਹੱਲ ਉਹਨਾਂ ਦੇ ਕੋਲ ਹੁੰਦਾ ਹੀ ਹੈ। ਸਭ ਤੋਂ ਪਹਿਲਾਂ ਗੋਇਲ ਸਾਹਿਬ ਦਾ ਸਵਾਗਤ ਕਰਦੇ ਹਾਂ। ਸਰ, ਸਵਾਗਤ ਹੈ ਜੀ। ਧਰਮਿੰਦਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਔਰ ਜਿੰਨੇ ਵੀ ਦਰਸ਼ਕ ਸਾਡਾ ਚੈਨਲ D5 ਦੇਖ ਰਹੇ ਆ, ਸਾਡੀ ਫੈਮਿਲੀ ਹੈ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਨਮਸਕਾਰ। ਗੁਲ ਸਾਹਿਬ, ਸ਼ੂਗਰ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਤੇ ਸ਼ੂਗਰ ਤੋਂ ਬਾਅਦ ਦੇ ਵਿੱਚ ਜਿਹੜੇ ਉਹਦੇ ਨਤੀਜੇ ਆਉਂਦੇ ਨੇ ਉਹ ਹੋਰ ਵੀ ਖਤਰਨਾਕ ਹੁੰਦੇ ਨੇ। ਇੱਥੋਂ ਤੱਕ ਕਿ ਕਹਿੰਦੇ ਮਲਟੀਪਲ ਆਰਗਨ ਫੇਲੂਅਰ ਹੋ ਗਿਆ ਤੇ ਇਨਸਾਨ ਇਸ ਦੁਨੀਆ ਤੋਂ ਚਲਾ ਗਿਆ। ਗੁਰਦੇ ਹੋ ਗਏ, ਲੀਵਰ ਹੋ ਗਿਆ, ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੂਗਰ ਦੇ ਨਾਲ ਹੀ ਪੈਦਾ ਹੁੰਦੀਆਂ ਨੇ। ਆਪਾਂ ਸ਼ੂਗਰ ਵਾਸਤੇ ਕੀ ਕਰ ਸਕਦੇ ਹਾਂ? ਆਯੁਰਵੇਦ ਦੇ ਵਿੱਚ ਕੀ ਤੁਸੀਂ ਕ੍ਰਾਂਤੀ ਲੈ ਕੇ ਆਏ ਹੋ ਕਿ ਸ਼ੂਗਰ ਨੂੰ ਆਪਾਂ ਕੰਟਰੋਲ ਕਰ ਲਈਏ? ਐਕਚੁਅਲੀ ਧਰਮਿੰਦਰ ਜੀ, ਬਹੁਤ ਗੰਭੀਰ ਵਿਸ਼ਾ ਹੈ ਔਰ ਮੈਂ ਲਗਭਗ 1992 ਤੋਂ ਇਹਦੇ 'ਤੇ ਕੰਮ ਕਰ ਰਿਹਾ ਡਾਇਬਟਿਕ ਪੇਸ਼ੈਂਟ ਦੇ ਲਈ। ਅਸੀਂ ਇਹ ਚੀਜ਼ ਦੇਖੀ ਹੈ ਕਿ ਜਿਸ ਪੇਸ਼ੈਂਟ ਨੂੰ ਸ਼ੂਗਰ ਹੋ ਜਾਂਦੀ ਹੈ ਉਹ ਮੈਂਟਲੀ ਤੌਰ 'ਤੇ ਇੰਨਾ ਕੁ ਡਰ ਜਾਂਦਾ ਹੈ ਵੀ ਪਤਾ ਨਹੀਂ ਮੈਨੂੰ ਕੀ ਹੋ ਗਿਆ, ਜਦ ਕਿ ਸ਼ੂਗਰ ਕੋਈ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਨਹੀਂ ਹੈ। ਔਰ ਸ਼ੂਗਰ ਨੂੰ ਹਾਲੇ ਤੱਕ, ਤੁਸੀਂ ਮੈਂ ਕਈ ਐਪੀਸੋਡਸ ਦੇ ਵਿੱਚ ਦੱਸਿਆ ਕਿ ਸ਼ੂਗਰ ਨੂੰ ਹਾਲੇ ਤੱਕ ਕਿਸੇ ਬਿਮਾਰੀ ਦਾ ਦਰਜਾ ਵੀ ਨਹੀਂ ਹੈ। ਸ਼ੂਗਰ ਕੋਈ ਰੋਗ ਨਹੀਂ ਹੈ, ਪਰ ਇਹ ਕਈ ਬਿਮਾਰੀਆਂ ਦੀ ਪੋਟਲੀ ਹੈ। ਜਿਵੇਂ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ, ਕਿਸੇ ਨੂੰ ਗੁਰਦਿਆਂ ਦੀ ਪ੍ਰੋਬਲਮ, ਕਿਸੇ ਨੂੰ ਹੱਡੀਆਂ ਕਮਜ਼ੋਰ ਹੋ ਗਈਆਂ, ਕਿਸੇ ਦੀ ਚਮੜੀ ਕਮਜ਼ੋਰ ਹੋ ਗਈ, ਕਿਸੇ ਦੇ ਵਾਲ ਝੜਨ ਲੱਗ ਗਏ, ਕਿਸੇ ਦੀ ਦਾੜੀ ਦੇ ਵਿੱਚ ਪੈਚ ਬਣਨ ਲੱਗ ਗਏ, ਕਿਸੇ ਦਾ ਮਤਲਬ ਕਿਸੇ ਤਰ੍ਹਾਂ ਕਿਸੇ ਦਾ ਪਾਚਨ ਤੰਤਰ ਖਰਾਬ ਹੋ ਜਾਂਦਾ, ਕਿਸੇ ਦੀ ਸੈਕਸੁਅਲ ਵੀਕਨੈਸ, ਮੈਰਿਡ ਲਾਈਫ ਹੀ ਖਰਾਬ ਹੋ ਜਾਂਦੀ ਹੈ। ਮਤਲਬ ਇਹ ਰੋਗ ਜਿਹੜਾ ਨਾ ਮੇਨ ਕਾਰਨ ਬਣਦਾ ਸਟ੍ਰੈਸ ਦਾ। ਸਟ੍ਰੈਸ ਲੈਣ ਲੱਗ ਜਾਂਦਾ ਇਸ ਪੇਸ਼ੈਂਟ, ਤਾਂ ਉਹਨੂੰ ਐ ਰਹਿੰਦਾ ਪਤਾ ਨਹੀਂ ਮੈਨੂੰ ਇਹ ਕੀ ਚਿੰਬੜ ਗਿਆ। ਪਰ ਇੱਕ ਚੀਜ਼ ਪੱਕੀ ਹੈ ਧਰਮਿੰਦਰ ਜੀ, ਜਿਹੜੀ ਸ਼ੂਗਰ ਹੈ ਨਾ, ਇਹ ਇੱਕ ਮਤਲਬ ਜਿਵੇਂ ਲੱਕੜੀ ਨੂੰ ਦੀਮਕ ਲੱਗ ਜਾਂਦੀ ਆ, ਸਿਉਂਕ ਜਿਵੇਂ ਦੀਮਕ ਲੱਗ ਜਾਂਦੀ ਹੈ ਲੱਕੜੀ ਨੂੰ, ਉਸ ਤਰ੍ਹਾਂ ਇਨਸਾਨ ਬਾਹਰੋਂ ਬੜਾ ਚਮਕਦਾ, ਸਭ ਕੁਝ ਠੀਕ ਹੈ, ਅੰਦਰੋਂ ਉਹਨੂੰ ਥੋਥਾ ਕੀਤਾ ਪਿਆ ਹੁੰਦਾ ਸ਼ੂਗਰ ਰੋਗ ਨੇ। ਸ਼ੂਗਰ ਰੋਗ ਤਾਂ ਜਿਹੜਾ ਚੂਸਦਾ ਹੀ ਆ, ਨਾਲ ਜਿਹੜੀਆਂ ਮੋਟੀਆਂ ਗੋਲੀਆਂ ਇਨਸਾਨ ਖਾਂਦਾ, ਉਹ ਗੋਲੀਆਂ ਵੀ ਇਨਸਾਨ ਨੂੰ ਚੂਸ ਕੇ ਰੱਖ ਦਿੰਦੀਆਂ ਨੇ। ਹੌਲੀ ਹੌਲੀ ਕੀ ਹੁੰਦਾ, ਉਹ ਅੰਦਰੋਂ ਅੰਦਰ ਉਹਦਾ ਹਾਰਟ, ਬ੍ਰੇਨ, ਲੀਵਰ, ਪੈਨਕ੍ਰੀਆਟਿਕ ਸੀਕ੍ਰੇਸ਼ਨ, ਸੈਕਸੁਅਲ ਆਰਗਨਸ, ਸਾਰੀਆਂ ਚੀਜ਼ਾਂ ਨੂੰ ਉਹ ਕਮਜ਼ੋਰ ਕਰ ਦਿੰਦਾ। ਫਿਰ ਆਈਸਾਈਡ ਵੀਕ ਹੁੰਦੀ ਹੈ, ਫਿਰ ਭੁੱਲਣ ਦੀ ਆਦਤ ਪੈ ਜਾਂਦੀ ਹੈ, ਦਿਮਾਗ ਕਮਜ਼ੋਰ ਹੋ ਜਾਂਦਾ ਹੈ, ਫਿਰ ਦੰਦ ਹੌਲੀ ਹੌਲੀ ਟੁੱਟਣੇ ਸ਼ੁਰੂ ਹੋ ਜਾਂਦੇ ਨੇ। ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਨਜ਼ਰ 'ਚ ਰੱਖ ਕੇ ਇੱਕ ਕੰਪਲੀਟ ਡਾਇਬਟੀਜ਼ ਕੰਟਰੋਲ ਅਸੀਂ ਪੈਕ ਤਿਆਰ ਕੀਤਾ ਹੋਇਆ। ਔਰ ਜਿਹੜੇ ਲੋਕ ਉਹਨੂੰ ਲੈ ਰਹੇ ਆ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਅਸੀਂ ਡਾਇਬਟੀਜ਼ ਦਾ ਪਾਊਡਰ ਬਣਾਇਆ, ਕਈ ਐਪੀਸੋਡ 'ਚ ਮੈਂ ਦੱਸ ਚੁੱਕਿਆ ਕਿ ਉਹਦੇ 'ਚ ਅਸੀਂ ਬੜੇਵੇਂ ਦੀ ਗਿਰੀ ਪਾਈ, ਕਾਟਨ ਸੀਡ। ਫਿਰ ਅਸੀਂ ਕਾਲੇ ਜਾਮਨ ਗੂੰਦ ਤੋਂ ਕੈਪਸੂਲ ਬਣਾਇਆ, ਇਹ ਵਾਲਾ, ਇਹ ਡਬਲ ਸਟਰੈਂਥ ਦੇ ਵਿੱਚ ਆ, DS। ਇਹ ਜਦੋਂ ਅਸੀਂ ਬਣਾਇਆ ਨਾ ਜੀ, ਇਹ 'ਚ ਜਾਮਨ ਦੇ ਪੇੜ ਦਾ ਗੂੰਦ ਲੈ ਕੇ, ਫਿਰ ਅਸੀਂ ਜਾਮਨ ਦੇ ਪੇੜ ਦਾ ਪੂਰਾ ਪੰਚਾਂਗ ਲੈ ਕੇ, ਪੰਚਾਂਗ ਮਤਲਬ ਜੜ, ਤਣਾ, ਪੱਤੇ, ਸੱਕ, ਫਲ, ਹਰ ਚੀਜ਼ ਉਹਦੇ 5 ਦੇ 5 ਅੰਗ ਜਿਹੜੇ ਨੇ, ਉਹ 5 ਦੇ 5 ਅੰਗ ਦੇ ਵਿੱਚ ਇਸਤੇਮਾਲ ਕੀਤੇ ਜਾਮੁਨ ਦੇ, ਜਿਹਨੂੰ ਕਹਿੰਦੇ ਗੁਠਲੀ, ਇਕੱਲੀ ਗੁਠਲੀ ਨਹੀਂ, ਸਾਰੇ ਪੂਰਾ ਲਿਆ, ਹੈ ਨਾ। ਤਾਂ ਉਹ ਫਿਰ ਜਦੋਂ ਲਿਆ, ਨਾਲ ਉਹਦੇ ਜਾਮੁਨ ਦਾ ਗੂੰਦ ਪਾਇਆ ਗਿਆ। ਫਿਰ ਉਹਦੇ ਵਿੱਚ, ਮੈਂ ਤੁਹਾਨੂੰ ਫਾਰਮੂਲੇ ਤਾਂ ਬੋਲ ਰਿਹਾ, ਤੁਸੀਂ ਘਰੇ ਬਣਾਇਆ ਕਰੋ, ਖਾਇਆ ਕਰੋ। ਫਿਰ ਅਸੀਂ ਉਹਦੇ ਵਿੱਚ ਪਾਈ ਹੈ ਕਾਲੀ ਹਲਦੀ, ਫਿਰ ਕਾਲਾ ਜੀਰਾ। ਬਹੁਤ ਜੀ, ਕਾਲੀ ਜੀਰੀ ਦਾ ਬਹੁਤ ਕਮਾਲ ਹੈ ਸ਼ੂਗਰ ਦੇ ਵਿੱਚ, ਪਰ ਲੋਕਾਂ ਨੂੰ ਪਤਾ ਹੀ ਨਹੀਂ, ਚਮਚੇ ਭਰ ਖਾ ਲੈਂਦੇ ਨੇ, ਫਿਰ ਕਹਿੰਦੇ ਕਿਡਨੀ ਖਰਾਬ ਹੋ ਰਹੀ ਹੈ। ਐਂ ਨਹੀਂ ਖਾਣਾ, ਇਹ ਡੋਜ਼ ਮਈਅਰ ਕਿਸੇ ਵੈਦ ਦੀ ਸਲਾਹ ਜ਼ਰੂਰ ਲਿਆ ਕਰੋ। ਚਾਹੇ ਤੁਹਾਡੇ ਨੇੜੇ ਤੇੜੇ ਕੋਈ ਸਰਕਾਰੀ ਡਿਸਪੈਂਸਰੀ 'ਚ ਆਯੁਰਵੈਦਿਕ ਦੀ ਦੇ ਵਿੱਚ ਵੈਦ ਬੈਠੇ ਹੁੰਦੇ ਆ, ਉਹਨਾਂ ਦੀ ਸਲਾਹ ਲੈ ਲਿਆ ਕਰੋ, ਹੈ ਨਾ। ਤੁਹਾਨੂੰ ਸਲਾਹ ਵਧੀਆ ਦੇਣਗੇ।
ਜਿਹੜਾ ਤੁਹਾਨੂੰ ਪੁੱਠੀ ਸਲਾਹ ਦਿੰਦਾ ਉਹਦੀ ਨਾ ਸੁਣੋ। ਕਈ ਵਾਰੀ ਉਹ ਵੀ ਕਰ ਦਿੰਦੇ ਨੇ, ਉੱਪਰ ਥੱਲੇ ਰੈਫਰ ਕਰਦੇ ਨੇ ਪੇਸ਼ੈਂਟਾਂ ਨੂੰ, ਮੈਂ ਭੇਜੀ ਜਾਂਦਾ ਉਹਨਾਂ ਕੋਲੇ। ਤੇ ਉਹਦੇ ਵਿੱਚ ਕੀ ਹੈ, ਮੇਥੀ ਦਾ ਬੀਜ, ਫਿਰ ਉਹਦੇ ਵਿੱਚ ਬੀਲ ਪੱਤਰੀ, ਇਹ ਜਿਹੜੀਆਂ ਚੀਜ਼ਾਂ ਪਾ ਕੇ ਇਹਨੂੰ ਬਣਾਇਆ ਨਾ, ਇਹ ਸ਼ੂਗਰ ਨੂੰ ਐ ਕੰਟਰੋਲ ਕਰ ਦਿੰਦਾ ਜੀ। ਜਿਵੇਂ ਮੇਰੇ ਕੋਲ ਪੇਸ਼ੈਂਟ ਆਊਗਾ, ਮੇਰੀ ਸ਼ੂਗਰ 350 ਹੈ, 400 ਹੈ, ਜਾਂ 16 ਹੈਗੀ ਹੈ HbA1c, 16 ਹੋ ਗਈ, 15 ਹੋ ਗਈ, 10 ਹੋ ਗਈ, ਤਾਂ ਉਹਨਾਂ ਦੀ ਅਗਲੀ ਵਾਰ ਪਤਾ ਕੀ ਰੇਸ਼ੋ ਆਉਂਦੀ ਹੈ, 450 ਵਾਲੇ ਪੇਸ਼ੈਂਟ ਦੀ ਅਗਲੀ ਵਾਰ ਆਉਂਦੀ ਹੈ 280, 270। ਫਿਰ ਉਹ ਬੜਾ ਖੁਸ਼ ਹੁੰਦਾ, ਲੇਕਿਨ ਉਹ ਕਹਿੰਦਾ ਮੈਂ ਕਈ ਵਾਰੀ ਇਹ ਕਹਿੰਦਾ ਹੁੰਦਾ ਵੀ ਜੀ ਮੈਂ ਅੰਦਰੋਂ ਬਹੁਤ ਗੁੱਡ ਫੀਲ ਕਰ ਰਿਹਾ ਸੀ, ਮੈਨੂੰ ਐਂ ਲੱਗਦਾ ਸੀ ਵੀ 120 ਆਊਗੀ ਪਰ ਇੰਨੀ ਆਈ ਹੈ। ਮੈਂ ਉਹਨੂੰ ਕਹਿੰਦਾ ਵੀ ਇਹ ਵੀ ਬਹੁਤ ਆ, ਕਿਉਂਕਿ ਜਿਹੜਾ ਇੰਨਾ ਘਟਣਾ, ਇਹਦਾ ਮਤਲਬ ਸਾਡੀ ਬਾਡੀ ਨੂੰ એનર્ਜੀ ਵੀ ਮਿਲ ਰਹੀ ਹੈ, ਕਿਉਂਕਿ ਕਾਲੇ ਜਾਮਨ 'ਚ ਸਾਰੀ એનર્ਜੀ ਹੈ। ਇਹਨੇ ਕਿਹੜਾ ਕੋਈ ਦਵਾਈ ਹੈ ਵੀ ਇਹਨੇ ਕੈਮੀਕਲ ਰਿਐਕਟ ਕਰਨਾ। ਫਿਰ ਅਸੀਂ ਜਿਹੜਾ ਪਾਊਡਰ ਦਿੰਦੇ ਆ, ਉਹ ਪਾਊਡਰ ਦੇ ਵਿੱਚ ਵੀ ਅਸੀਂ ਜਿਹੜੀ ਬੜੇਵੇਂ ਦੀ ਗਿਰੀ ਪਾਈ ਆ, ਮੇਨ ਮੈਂ ਉਹਦਾ ਨਾਂ ਤਾਂ ਲੈਂਦਾ ਕਿ ਉਹ ਮੇਨ ਹੈ। ਇੱਦਾਂ ਤਾਂ 'ਚ ਵੀਟ ਗਰਾਸ ਵੀ ਪਾਇਆ, ਕਾਲੀ ਹਲਦੀ ਪਾਈ ਆ, ਅੰਬਾ ਹਲਦੀ ਪਾਈ ਆ, ਦਾਰੂ ਹਲਦੀ, ਉਹਦੇ 'ਚ ਵੀ ਸਾਰਾ ਕੁਝ ਪਿਆ ਹੋਇਆ, ਗੁੜਮਾਰ, ਜਾਮੁਨ, ਕਰੇਲਾ, ਉਹ 'ਚ ਵੀ ਪਿਆ ਹੋਇਆ। ਪਰ ਨਾਲ ਅਸੀਂ ਉਹ 'ਚ ਬੜੇਵੇਂ ਦੀ ਗਿਰੀ ਦਾ ਦਿੱਤਾ ਮਿਸ਼ਰਣ, ਜਿਹੜਾ ਕਿ ਪੈਂਕ੍ਰੀਆਸ ਦੇ ਬੀਟਾ ਸੈੱਲ ਨੂੰ ਤਾਕਤ ਹੈ। ਇਹ ਦੋ ਚੀਜ਼ਾਂ ਦਿੱਤੀਆਂ ਜੀ। ਹੁਣ ਜਿਹਨੂੰ ਇਨਸੂਲਿਨ ਦਾ ਟੀਕਾ ਲੱਗਦਾ ਸੀ, ਉਹਦੇ ਲਈ ਅਸੀਂ ਸਪੈਸ਼ਲ ਬਣਾਇਆ ਧਰਮਿੰਦਰ ਜੀ, ਬਸੰਤ ਕੁਸਮਾਕਰ ਰਸ ਪਾਇਆ ਉਹਦੇ ਵਿੱਚ। ਹੁਣ ਤੁਸੀਂ ਸਾਰੇ ਵੈਦ ਭਰਾ ਤਾਂ ਸਮਝਦੇ ਆ, ਆਮ ਲੋਕਾਂ ਨੂੰ ਵੀ ਪਤਾ ਹੈ ਤਕਰੀਬਨ ਵੀ ਬਸੰਤ ਕੁਸਮਾਕਰ ਰਸ ਦਾ ਕੀ ਰੋਲ ਹੈ। ਫਿਰ ਅਸੀਂ ਉਹ 'ਚ ਬਸੰਤ ਕੁਸਮਾਕਰ ਰਸ ਪਾਇਆ, ਪਰਮੇਹ ਗਜ ਕੇਸਰੀ ਰਸ ਪਾਇਆ, ਇਹ ਦੋ ਰਸ ਪਾਏ ਉਹਦੇ ਵਿੱਚ। ਇੱਕ ਰਸ ਦੇ ਵਿੱਚ 40 ਜੜੀ ਬੂਟੀਆਂ ਹੁੰਦੀਆਂ, ਇੱਕ ਰਸ ਦੇ ਵਿੱਚ ਤਿਆਰ ਕਰਨ ਲੱਗੇ, ਉਹ ਦੋਨੋਂ ਰਸ ਪਾਏ ਬੈਟਰ ਕੁਆਲਿਟੀ ਦੇ। ਤੇ ਫਿਰ ਅਸੀਂ ਉਹਦੇ ਵਿੱਚ ਨਾਲ ਤੁਰੀਆਂ ਵਧੀਆ ਜੜੀ ਬੂਟੀਆਂ ਦਾ ਮਿਸ਼ਰਣ ਦੇ ਕੇ ਉਹਨੂੰ ਅਸੀਂ ਕਿੰਨੇ ਲੋਕਾਂ 'ਤੇ ਅਜਮਾਇਆ, ਉਹਨੇ ਕਮਾਲ ਕਰਤੀ। ਬੀਟਾ ਸੈੱਲ ਨੂੰ ਤਾਕਤ ਦਿੱਤੀ, ਪੈਂਕ੍ਰੀਆਸ ਨੂੰ ਤਾਕਤ ਦਿੱਤੀ। ਜਿਹੜੇ ਲੋਕ ਬਾਰ-ਬਾਰ ਬਾਥਰੂਮ ਜਾਂਦੇ ਸੀ, ਬਾਰ-ਬਾਰ ਉਹਨਾਂ ਨੂੰ ਨੀਂਦ ਖੁੱਲ੍ਹ ਜਾਂਦੀ ਸੀ, ਸਰੀਰ ਕਮਜ਼ੋਰ ਹੋ ਰਿਹਾ ਸੀ, ਇੰਟਰਨਲ ਵੀਕ ਹੋ ਰਿਹਾ ਸੀ, ਨਾੜੀ ਕਮਜ਼ੋਰ ਹੋ ਰਹੀ ਸੀ, ਥੱਕਿਆ ਰਹਿੰਦਾ ਸੀ ਇਨਸਾਨ, ਉਹਨਾਂ ਵਾਸਤੇ ਕਮਾਲ ਕਰ ਗਿਆ। ਔਰ ਅਸੀਂ ਉਹਦਾ ਫਿਰ ਨਾਂ ਪਤਾ ਕੀ ਰੱਖਿਆ ਜੀ? ਨਾਂ ਅਸੀਂ ਉਹਦਾ ਰੱਖਿਆ ਬੀਟਾ ਸੈੱਲ ਐਕਸ਼ਨ। ਅਸੀਂ ਨਾਮ ਸਟ੍ਰੇਟ ਫਾਰਵਰਡ ਹੀ ਰੱਖਦੇ ਹਾਂ, ਕੋਈ ਉਲਝਾਉਣ ਵਾਲਾ ਨਾਂ ਨਹੀਂ ਹੁੰਦਾ ਵੀ ਐਵੇਂ ਦਵਾਈ ਦਾ ਨਾਂ ਰੱਖ ਦਿਓ, ਕਿਉਂਕਿ ਅਸੀਂ ਪਿੰਡਾਂ 'ਚ ਜੰਮੇ ਆ, ਪਲੇ ਆ, ਸਾਨੂੰ ਪੇਂਡੂ ਨਾਂ ਪਤਾ ਨੇ, ਅਸੀਂ ਪੇਂਡੂ ਲੋਕਾਂ ਦੇ ਵਿੱਚ ਰਹਿੰਦੇ ਆ। ਹੁਣ ਦੇਖੋ ਤੁਸੀਂ, ਆਪਾਂ ਕੀ ਅੱਜ ਵੀ ਗੁੜ, ਸ਼ੱਕਰ, ਸੇਵੀਆਂ ਦੀਆਂ ਗੱਲਾਂ ਕਰਦੇ ਹਾਂ, ਹੱਥ ਨਾਲ ਬੱਟੀਆਂ ਦੀ ਵੀ ਕਰਦੇ ਹਾਂ, ਘੜੇ 'ਤੇ ਬੱਟੀਆਂ ਦੀ ਵੀ ਕਰਦੇ ਹਾਂ। ਇਹ ਜਿਹੜੀਆਂ ਚੀਜ਼ਾਂ ਸੀਗੀਆਂ, ਇਹ ਸਾਡੀ ਜਾਨ ਪਾਉਣ ਦਾ ਕੰਮ ਕਰਦੀਆਂ ਸੀ। ਔਰ ਇਹ ਜਿਹੜੀਆਂ ਦਵਾਈਆਂ ਸੀਗੀਆਂ ਮੈਂ ਤੁਹਾਨੂੰ ਦੱਸਤੀਆਂ, ਬੀਟਾ ਸੈੱਲ ਡਾਇਬਟੀਜ਼ ਕੰਟਰੋਲ ਪਾਊਡਰ, ਬੀਟਾ ਸੈੱਲ ਐਕਸ਼ਨ ਕੈਪਸੂਲ, ਤੇ ਉਹਦੇ ਨਾਲ ਅਸੀਂ ਦਿੱਤਾ ਜਾਮਨ ਗੋਂਦ ਤੋਂ ਬਣਿਆ ਹੋਇਆ ਕਾਲੇ ਜਾਮਨ ਗੋਂਦ ਦਾ ਡਬਲ ਸਟਰੈਂਥ DS ਕੈਪਸੂਲ। ਇਹ ਜਿਹੜੀਆਂ ਚੀਜ਼ਾਂ ਨੇ ਤੁਰੰਤ ਸ਼ੂਗਰ ਨੂੰ ਕੰਟਰੋਲ ਕਰਦੀਆਂ ਨੇ। ਔਰ ਜਦੋਂ ਸ਼ੂਗਰ 80 ਤੋਂ 120 ਮਿਲੀਗ੍ਰਾਮ ਦੇ ਵਿੱਚ ਆ ਜਾਂਦੀ ਆ, ਫਿਰ ਅਸੀਂ ਉਹਨੂੰ ਕਹਿੰਦੇ ਹਾਂ ਹੁਣ ਐਲੋਪੈਥੀ ਦਵਾਈ ਬੰਦ ਕਰ। ਫਿਰ ਵੀ ਉਹ ਡਰਦਾ ਇੱਕ ਦਿਨ ਛੱਡਦਾ, ਇੱਕ ਦਿਨ ਲੈਂਦਾ, ਇੱਕ ਦਿਨ ਛੱਡਦਾ, ਕੋਈ ਪ੍ਰੋਬਲਮ ਨਹੀਂ, ਛੱਡ ਦਿੰਦਾ। ਫਿਰ ਉਹਦੀ ਸ਼ੂਗਰ 10-20 ਮਿਲੀਗ੍ਰਾਮ ਵੱਧ ਜਾਂਦੀ ਹੈ ਕਦੇ ਤਾਂ ਉਹਨੂੰ ਪਹਿਲਾਂ ਹੀ ਸਮਝਾਇਆ ਜਾਂਦਾ ਵਧੂਗੀ, ਘਬਰਾਈ ਨਾ। ਪਰ ਉਹ ਫਿਰ ਮਹੀਨੇ ਡੇਢ ਮਹੀਨੇ 'ਚ ਉਹੀ ਜਿਹੜੀ ਆਪਣੀ ਆਯੁਰਵੈਦਿਕ ਦਵਾਈ ਆ ਉਹਦੇ ਨਾਲ ਕੰਟਰੋਲ ਹੋ ਜਾਂਦੀ ਹੈ, ਬਾਡੀ 'ਚ ਗੁੱਡ ਇਫੈਕਟ ਆ ਜਾਂਦਾ। ਫਿਰ ਉਹ ਪੇਸ਼ੈਂਟ ਕਹਿੰਦਾ ਵੀ ਕਮਾਲ ਹੋ ਗਿਆ ਗੋਇਲ ਸਾਹਿਬ, ਅਸੀਂ ਤਾਂ ਸੋਚਿਆ ਸੀ ਵੀ ਇਹ ਸਾਰੀ ਉਮਰੇ ਐਡੇ ਬਟਨ ਜੇ ਖੋਲ ਖਾਣੇ ਪੈਣਗੇ, ਮੋਟੇ ਬਹੁਤ ਔਖਾ ਜੀ ਖਾਣਾ। ਮੈਨੂੰ ਮਰੀਜ਼ ਖੁਦ ਦੱਸਦੇ ਨੇ, ਕਹਿੰਦੇ ਗੋਇਲ ਸਾਹਿਬ ਕਰੀਏ ਕੀ, ਸੁਬਾਹ ਉੱਠ ਕੇ ਕੰਮ 'ਤੇ ਜਾਣਾ ਹੁੰਦਾ, ਫਿਰ ਐਂ ਡਰ ਹੁੰਦਾ ਵੀ ਉੱਥੇ ਖਾਣਾ ਪੀਣਾ ਪੈਂਦਾ, ਸ਼ੂਗਰ ਨਾ ਵੱਧ ਜੇ, ਐਂ ਨਾ ਹੋ ਜੇ। ਕਹਿੰਦੇ ਐਡੀਆਂ ਮੋਟੀਆਂ ਗੋਲੀਆਂ ਸਵੇਰੇ ਫੱਕਾ ਮਾਰਦੇ ਆ, ਖਾ ਲੈਂਦੇ ਆ, ਰਾਤ ਨੂੰ ਫਿਰ ਸੌਣ ਲੱਗੇ ਘਰ ਵਾਲੀ ਇੱਕ ਗੋਲੀ ਖਿਲਾ ਦਿੰਦੀ ਹੈ। ਕਹਿੰਦਾ ਐਂ ਲੱਗਦਾ ਹੁੰਦਾ ਕਦੇ ਤਾਂ ਵੀ ਯਾਰ ਇਹਦੇ ਨਾਲ ਤਾਂ ਉਹੀ ਭਲੇ ਆ, ਜ਼ਿੰਦਗੀ ਤੋਂ ਲੈਣਾ ਕੀ ਆ। ਅਤੇ ਉਹ ਚੀਜ਼ਾਂ ਛਡਾਉਣ ਵਾਸਤੇ ਜਦੋਂ ਮੈਂ ਉਹਨਾਂ ਨੂੰ ਫਾਰਮੂਲੇ ਸ਼ੇਅਰ ਕਰਦਾ, ਸ਼ੇਅਰ ਤਾਂ ਮੈਂ TV 'ਤੇ ਵੀ ਕਰ ਦਿੰਦਾ, ਆਇਆਂ ਨਾਲ ਜਦੋਂ ਅਸੀਂ ਬੈਠ ਕੇ ਸ਼ੇਅਰ ਕਰਦੇ ਹਾਂ, ਉਹ ਗੱਲ ਹੀ ਕੁਛ ਹੋਰ ਹੋ ਜਾਂਦੀ ਹੈ। ਤਾਂ ਇਸ ਕਰਕੇ ਨਾ ਜੀ ਇੱਕ ਬੜੀ ਕਿਰਪਾ ਗੁਰੂ ਮਹਾਰਾਜ ਦੀ ਕਿ ਇਹ ਜਿਹੜੀਆਂ ਸ਼ੂਗਰ ਨੂੰ ਕੰਟਰੋਲ ਕਰਨ ਦੀਆਂ ਚੀਜ਼ਾਂ ਨੇ, ਇਹ ਤਾਂ ਅਸੀਂ ਪ੍ਰੋਵਾਈਡ ਕਰਦੇ ਹੀ ਕਰਦੇ ਹਾਂ, ਨਾਲ ਜਿਹੜੀਆਂ ਆਰਗਨਸ ਨੂੰ ਖਰਾਬ ਕਰਨ ਵਾਲੀਆਂ ਚੀਜ਼ਾਂ ਨੇ ਉਹ ਵੀ ਧਰਮਿੰਦਰ ਜੀ ਪ੍ਰੋਵਾਈਡ ਕੀਤੀਆਂ ਜਾਂਦੀਆਂ। ਬਿਲਕੁਲ ਜੀ, ਸ਼ੂਗਰ ਕਈ ਬਿਮਾਰੀਆਂ ਦੀ ਜੜ ਵੀ ਬਣ ਜਾਂਦੀ ਹੈ, ਜਿਵੇਂ ਕਮਜ਼ੋਰੀ ਆ ਜਾਂਦੀ ਹੈ, ਕਬਜ਼ ਹੋ ਜਾਂਦੀ ਹੈ, ਅੱਖਾਂ ਦੇ ਉੱਤੇ ਵੀ ਅਸਰ ਹੁੰਦਾ, ਅਤੇ ਉਹਦੇ ਵਾਸਤੇ ਵੀ ਜਿਹੜੇ ਇਹਨਾਂ ਦੇ ਕੋਲ ਉਤਪਾਦ ਨੇ ਉਹਨਾਂ ਦੇ ਉੱਤੇ ਵੀ ਗੱਲ ਕਰਾਂਗੇ। ਖਾਸ ਤੌਰ ਦੇ ਉੱਤੇ ਕਮਜ਼ੋਰੀ ਆ ਜਾਂਦੀ ਹੈ, ਪੁਰਸ਼ਾਂ ਦੇ ਵਿੱਚ ਬੜੇ ਪਰੇਸ਼ਾਨ ਹੁੰਦੇ ਨੇ, ਅਤੇ ਹੁਣ ਤਾਂ ਜਿਹੜੀਆਂ ਮਹਿਲਾਵਾਂ ਨੇ ਉਹ ਵੀ ਇਹ ਤੋਂ ਗ੍ਰਸਤ ਹੋ ਚੁੱਕੀਆਂ ਨੇ, ਕਿਉਂਕਿ ਸ਼ੂਗਰ ਕਾਫੀ ਲੋਕਾਂ ਨੂੰ ਹੋ ਚੁੱਕੀ ਹੈ। ਉਹ ਕਹਿੰਦੇ ਮਨ ਹੀ ਨਹੀਂ ਲੱਗਦਾ ਕਿਤੇ, ਹਮੇਸ਼ਾ ਹੀ ਸਰੀਰ ਟੁੱਟਿਆ ਰਹਿੰਦਾ ਹੈ, ਵੀਕਨੈਸ ਰਹਿੰਦੀ ਹੈ, ਖੜਨਾ। ਅਤੇ ਇਸ ਤੋਂ ਇਲਾਵਾ ਜੇਕਰ ਗ੍ਰਸਤ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਜ਼ਿਆਦਾ ਪ੍ਰਭਾਵ ਪੈਂਦਾ ਹੈ ਜੀ, ਬਹੁਤ ਪੈਂਦਾ ਜੀ। ਐਕਚੁਅਲੀ ਸ਼ੂਗਰ ਜਿਹੜੀ ਹੈ ਨਾ, ਇੱਕ ਸਟ੍ਰੈਸ ਹੋ ਗਿਆ।
ਕਿ ਜਦੋਂ ਸ਼ੂਗਰ ਹੋ ਜਾਂਦੀ ਬੰਦੇ ਦਾ ਉਧਰ ਰੁਝਾਨ ਵੀ ਘਟ ਜਾਂਦਾ। ਅੱਛਾ, ਜਿਹੜੇ ਕੰਮ ਤੋਂ ਤੁਹਾਡਾ ਰੁਝਾਨ ਘਟ ਗਿਆ ਉਹ ਤੁਹਾਡੇ ਆਰਗਨ ਸੁਸਤ ਹੋ ਜਾਂਦੇ ਨੇ, ਚਾਹੇ ਕੋਈ ਵੀ ਹੈ ਤੁਹਾਡੀ ਬਾਡੀ ਦਾ ਆਰਗਨ ਉਹ ਸੁਸਤ ਹੋਊਗਾ। ਤੁਸੀਂ ਬੈਠੇ ਰਹੋ ਸਾਰਾ ਦਿਨ, ਤੁਹਾਡੇ ਗੋਡੇ ਜੁੜ ਜਾਣਗੇ ਸ਼ਾਮ ਨੂੰ। ਇਸੇ ਤਰ੍ਹਾਂ ਜੇ ਤੁਸੀਂ ਆਪਣੀ ਮੈਰਿਡ ਲਾਈਫ ਦੀ ਸੈਕਸ਼ੂਅਲ ਐਕਟੀਵਿਟੀ ਤੁਸੀਂ ਬੰਦ ਕਰਤੀ ਤਾਂ ਉਹ ਫਿਰ ਆਪਣੇ ਆਪ ਹੀ ਹੌਲੀ 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 ਉਹ ਹਟ ਜਾਂਦੀ ਹੈ। ਤੇ ਹਸਬੈਂਡ ਵਾਈਫ ਦੇ ਵਿੱਚ ਵੀ ਚਿੜਚਿੜਾਪਨ, ਇਹ ਉਹ ਬਿਮਾਰੀਆਂ, ਹਰ ਵਕਤ ਨਾ ਫਿਰ ਉਹ ਬਿਮਾਰੀ ਜੀ ਦਾ ਹੀ ਮਾਹੌਲ ਬਣ ਜਾਂਦਾ। ਇੱਕ ਦੂਜੇ ਦੀ ਸਿੰਪਥੀ ਵੀ ਉਹ ਇਦਾਂ ਹੀ ਲੈਣਗੇ। ਮੇਰੀ ਅੱਜ ਸ਼ੂਗਰ ਵਧੀ ਹੋਈ ਸੀ, ਉਹ ਵੀ ਕਹੂਗੀ ਮੇਰੀ ਵੀ ਅੱਜ ਸ਼ੂਗਰ ਵਧੀ। ਸਿੰਪਥੀ ਮਤਲਬ ਐ ਨਹੀਂ ਹੈ ਵੀ ਉਸ ਚੀਜ਼ ਚੋਂ ਬਾਹਰ ਆ ਜਾਈਏ। ਜਦੋਂ ਮੇਰੇ ਕੋਲ ਆਉਂਦੇ ਨੇ ਆਪਾਂ ਤਾਂ ਪਹਿਲਾਂ ਇੰਨਾ ਖੁਸ਼ ਕਰ ਦਈਦਾ ਜੀ ਬੰਦੇ ਨੂੰ, ਉਹ ਕਹਿੰਦਾ ਗੋਲਦਾ ਦਵਾਈ ਦਿਓ ਨਾ ਦਿਓ ਆਪਾਂ ਠੀਕ ਆ। ਮੈਂ ਕਹਿੰਦਾ ਬਸ ਇਹੀ ਕਰਨਾ ਆਪਾਂ ਨੇ, ਹੋਰ ਕੁਝ ਨਹੀਂ ਕਰਨਾ। ਹਊਆ ਹਟਾਉਣਾ ਦਿਮਾਗ ਤੋਂ, ਵੀ ਹਊਆ ਨਹੀਂ ਬਣਾ ਕੇ ਰੱਖਣਾ ਬਿਮਾਰੀ ਨੂੰ। ਬਿਮਾਰੀ ਨੂੰ ਐ ਰਗੜ ਦਿਓ ਯਾਰ ਫੜ ਕੇ, ਬਿਮਾਰੀ ਕਹੇ ਵੀ ਮੈਂ ਨਹੀਂ ਰਹਿਣਾ ਇੱਥੇ, ਹੈ ਨਾ। ਤੇ ਹੁਣ ਜਿਹੜੇ ਪੁਰਸ਼ ਭਰਾ ਨੇ ਉਹਨਾਂ ਲਈ ਅਸੀਂ ਦਿੱਤਾ, ਕਿੰਨੇ ਲੋਕ ਜਾਣਦੇ ਆ X+ ਗੋਲਡ ਕੈਪਸੂਲ। ਤੁਸੀਂ ਦੇਖੋ ਅਸੀਂ ਇਹਦੇ ਉੱਤੇ ਪ੍ਰਿੰਟ ਵੀ ਕਰਾਤਾ, ਨਾਮ ਨੂਮ ਸਭ ਕੁਝ। ਆਪਣੇ ਪੰਜਾਬ ਦਾ ਤਾਂ ਦੇਖੋ ਜੀ ਇਹ ਸਰਤਾਜ ਬਣਿਆ ਕੈਪਸੂਲ। ਸਾਡੇ ਪੰਜਾਬੀ ਭੈਣ ਭਰਾਵਾਂ ਨੇ ਸਾਰਿਆਂ ਨੇ ਇਹਦੀ ਤਾਰੀਫ ਕੀਤੀ ਆ। ਔਰ ਕਈ ਵਾਰ ਤਾਂ ਲੇਡੀਜ਼ ਬੈਠੀਆਂ ਹੋਣਗੀਆਂ, ਹਸਬੈਂਡ ਨੂੰ ਆਪ ਹੀ ਕਹਿੰਦੇ ਆ ਉਹ ਕੈਪਸੂਲ ਵੀ ਲੈ ਲਓ ਜਿਹੜਾ ਗੋਇਲ ਸਾਹਿਬ ਦਿਖਾਉਂਦੇ ਹੁੰਦੇ ਆ। ਤੇ ਮੈਨੂੰ ਬੜਾ ਵਧੀਆ ਲੱਗਦਾ ਵੀ ਮਤਲਬ ਸਾਡੀਆਂ ਭੈਣਾਂ ਵੀ ਅਵੇਅਰ ਹੋ ਰਹੀਆਂ ਨੇ ਇਸ ਕੰਮ ਨੂੰ, ਹੈ ਨਾ। ਤੇ ਦੂਜੀ ਗੱਲ ਕੀ ਹੈ ਕਿ ਲੇਡੀਜ਼ ਵਾਸਤੇ ਅਸੀਂ ਕੀ ਕੀਤਾ, ਲੇਡੀਜ਼ ਵਾਸਤੇ ਅਸੀਂ ਬਣਾਇਆ ਨਾਰੀ ਗੱਜ ਕੇਸਰੀ। ਨਾਰੀ ਗੱਜ ਮਤਲਬ ਨਾਰੀ ਜਿਹੜੀ ਆ ਉਹ ਇੱਕ ਬਹੁਤ ਬੜੀ ਸ਼ਕਤੀ ਆ, ਬਹੁਤ ਬੜੀ ਪਾਵਰ ਹੈ। ਔਰ ਉਹ ਜਿਹੜੀ ਨਾਰੀ ਦੀ ਪਾਵਰ ਹੈ, ਜੇ ਉਹ ਸੁਸਤ ਹੋ ਗਈ ਤਾਂ ਪੂਰਾ ਪਰਿਵਾਰ ਸੁਸਤ ਹੋ ਜਾਂਦਾ। ਜੇ ਉਹਦੇ ਚਿਹਰੇ ਤੋਂ ਰੌਣਕ ਚਲੀ ਗਈ ਨਾ ਤਾਂ ਤੁਸੀਂ ਸਮਝ ਲਓ ਸਾਰੇ ਪਰਿਵਾਰ ਦੀ ਰੌਣਕ ਚਲੀ ਜਾਂਦੀ ਹੈ। ਇਸ ਕਰਕੇ ਉਹਨਾਂ ਵਾਸਤੇ ਜਿਹੜਾ ਬਣਾਇਆ ਗਿਆ ਨਾਰੀ ਗੱਜ ਕੇਸਰੀ ਕੈਪਸੂਲ। ਉਹ ਕੈਪਸੂਲ ਨਾ ਜੀ, ਪਹਿਲੀ ਗੱਲ ਲਕੋਰੀਏ ਦੀ ਬਿਮਾਰੀ ਨੂੰ ਖਤਮ ਕਰਦਾ। ਦੂਜੀ ਗੱਲ ਬ੍ਰੇਨ ਨੂੰ, ਮੈਂਟਲੀ ਸਟ੍ਰੈਸ ਨੂੰ ਖਤਮ ਕਰਦਾ। ਤੀਜੀ ਗੱਲ ਬਾਡੀ ਦੇ ਵਿੱਚ ਐਨਰਜੀ ਦਾ ਭਰਪੂਰ ਆਨੰਦ ਭਰ ਦਿੰਦਾ। ਤੇ ਮਤਲਬ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਐ ਲੱਗਦਾ ਵੀ ਹੁਣ ਅਸੀਂ ਠੀਕ ਹਾਂ। ਹਸਬੈਂਡ ਵਾਈਫ ਦੇ ਵਿੱਚ ਗੁੱਡ ਰਿਲੇਸ਼ਨ ਬਣਾਉਣ ਦੇ ਵਿੱਚ ਜਿਹੜੀ ਸੁਭਾਸ਼ ਗੋਇਲ ਨੇ ਤੁਹਾਡਾ ਆਸ਼ੀਰਵਾਦ ਮਿਲਿਆ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਸਾਡੇ ਅੱਜ ਜਿਹੜੇ ਅਸੀਂ ਹਸਬੈਂਡ ਵਾਈਫ ਦੇ ਰਿਲੇਸ਼ਨ ਨੂੰ ਸਟਰੋਂਗ ਕਰਨ ਲਈ ਬਹੁਤ ਹੀ ਨੋਰਮਲ ਜਿਹੀਆਂ ਚੀਜ਼ਾਂ ਦਿੱਤੀਆਂ। ਐ ਨਹੀਂ ਹੈ ਵੀ ਕੋਈ ਲੱਖਾਂ ਰੁਪਏ ਲੱਗ ਜੂ, ਕੋਈ ਹਜ਼ਾਰਾਂ ਰੁਪਏ ਲੱਗ, ਬਸ ਸਿਰਫ ਕੈਪਸੂਲ ਹੈ। ਇੱਕ ਸਾਡੇ ਭਰਾਵਾਂ ਨੇ ਖਾਣਾ, ਇੱਕ ਸਾਡੀਆਂ ਬੀਬੀਆਂ ਨੇ ਖਾਣਾ, ਤੇ ਤੁਸੀਂ ਦੇਖੋ ਕਮਾਲ ਦੇ ਰਿਜ਼ਲਟ ਆਉਂਦੇ ਨੇ ਜੀ। ਔਰ ਮੈਂ ਕਹਿੰਦਾ ਜੀ, ਉਹ ਕਹਿੰਦੇ ਨੇ ਸ਼ੂਗਰ ਦਾ ਤਾਂ ਐਸੀ ਕੀ ਤੈਸੀ ਆਪੇ ਠੀਕ ਹੁੰਦੀ ਫਿਰੂਗੀ। ਸਾਡਾ ਆਹ ਕੰਮ ਠੀਕ ਹੋ ਗਿਆ ਵੀ ਸਾਡਾ ਪਰਿਵਾਰ ਬਚ ਗਿਆ, ਅਸੀਂ ਖੁਸ਼ ਰਹਿਣ ਲੱਗ ਗਏ ਆਪਸ ਦੇ ਵਿੱਚ, ਭੁੱਖ ਵਧੀਆ ਲੱਗਦੀ ਹੈ, ਬੀਪੀ ਸਭ ਠੀਕ ਨੇ। ਔਰ ਇਹਨਾਂ ਚੀਜ਼ਾਂ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ। ਸ਼ੂਗਰ ਵਾਲੇ ਫੋਬੀਆ 'ਚੋਂ ਬਾਹਰ ਆਉਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਸੱਚ ਜਾਣੋ ਨਾ, ਜੇ ਮੇਰੀ ਗੱਲ ਮੰਨ ਲਓ, ਆਹ ਕੀ ਹੈ ਜੀ, ਇਹ ਐਲੋਵੀਰਾ। ਇਹ ਮੇਰੇ ਕਲੀਨਿਕ 'ਚ ਪਿਆ। ਮੈਂ 8-10 ਗਮਲੇ ਸਵੇਰੇ ਰੱਖ ਦਿੰਦਾ ਵੀ ਜਿਹਨੂੰ ਲੋੜ ਹੈ ਭਾਈ ਲੈ ਜਾਓ, ਜੇ ਨਹੀਂ ਲੋੜ ਤਾਂ ਛੱਡ ਕੇ ਜਾਇਓ, ਲੈ ਕੇ ਨਾ ਜਾਇਓ, ਕਿਸੇ ਨੂੰ ਲੋੜਵੰਦ ਨੂੰ ਪੈ ਜਾਊਗਾ ਇਹਦਾ ਜ਼ਰੂਰਤ। ਪਰ ਇਹ ਰੱਖਿਆ ਪਤਾ ਕਿਉਂ ਹੋਇਆ ਵੀ ਮੈਂ ਇਹਦੀ ਨਸਲ ਦਿਖਾਉਣਾ ਉਹਨਾਂ ਨੂੰ ਵੀ ਕਿਹੜੀ ਨਸਲ ਦਾ ਐਲੋਵੀਰਾ ਸਾਡੇ ਉਹਦੇ ਲਈ ਫਾਇਦੇਮੰਦ ਆ, ਸ਼ੂਗਰ ਲਈ, ਜੋੜਾਂ ਦੇ ਦਰਦ ਲਈ, ਅੱਖਾਂ ਦੀ ਰੋਸ਼ਨੀ ਲਈ, ਹਰ ਚੀਜ਼ ਲਈ। ਇਹ ਇੱਕ ਨਸਲ ਹੈ, ਇਹ ਆਪਣੇ ਕਲੀਨਿਕ 'ਤੇ ਪਈ ਹੁੰਦੀ ਆ ਬਾਹਰ, ਇੱਦਾਂ ਹੀ ਗਮਲਿਆਂ 'ਚ ਰੱਖੀ ਹੋਈ ਆ। ਆਪ ਅਸੀਂ ਇਹਦੀ ਪੌਦ ਤਿਆਰ ਕਰਦੇ ਹਾਂ ਆਪਣੇ ਧਨਵੰਤਰੀ ਧਾਮ 'ਤੇ, ਇਹਦੀ ਪੌਦ ਤਿਆਰ ਕਰਦੇ ਹਾਂ ਔਰ ਬਣਾ ਕੇ ਰੱਖਦੇ ਹਾਂ। ਔਰ ਇਹ ਮੈਂ ਹੁਣ ਤੁਹਾਨੂੰ ਥੋੜ੍ਹਾ ਜਿਹਾ ਦਿਖਾਊਂਗਾ ਇਹਦੇ ਬਾਰੇ ਪ੍ਰੋਪਰ ਚੀਜ਼ਾਂ। ਔਰ ਇਹ ਜਿਹੜੀ ਚੀਜ਼ ਹੈ ਨਾ ਜੀ, ਇਹ ਤੁਹਾਡੇ ਮਤਲਬ ਜੇ ਤੁਸੀਂ ਇਹਦਾ ਹੀ ਇੱਕ ਐਂ ਕਲਮ ਕੱਟ ਲਓ, ਇੱਕ ਇਹਨੇ ਵੱਡਾ ਹੋ ਜਾਣਾ, ਭਰ ਜਾਣਾ ਪੂਰਾ। ਇਹ ਹਾਲੇ ਬੱਚੇ ਰੱਖੇ ਹੋਏ ਨੇ ਅਸੀਂ ਤਾਂ ਕਿ ਲੋਕ ਲੈ ਕੇ ਜਾਂਦੇ ਨੇ, ਉਹਨਾਂ ਨੂੰ ਔਖਾ ਨਾ ਹੋਵੇ ਗੱਡੀ 'ਚ ਰੱਖ ਕੇ ਲਿਜਾਣਾ। ਤੇ ਇਹਨੇ ਹੌਲੀ ਹੌਲੀ ਐਡਾ ਭਰ ਜਾਂਦਾ ਜੀ ਇਹਦੇ ਨਾਲ ਗਮਲਾ, 1 ਤੋਂ 2, 2 ਤੋਂ 4 ਐ ਬੇਬੀ ਪਲਾਂਟ ਆਪੇ ਤਿਆਰ ਹੋਈ ਜਾਂਦੇ ਨੇ। ਤੇ ਇਹ ਜਿਹੜੀ ਚੀਜ਼ ਹੈ ਨਾ, ਇਹਦਾ ਜੇ 1 ਚਮਚਾ ਕੱਢ ਕੇ ਰੋਜ਼ ਸਵੇਰੇ ਖਾਲੀ ਪੇਟ ਖਾਈ ਜਾਵੋਗੇ ਮਿੱਤਰੋ, ਸ਼ੂਗਰ ਦੀਆਂ ਗੋਲੀਆਂ ਛੁੱਟ ਜਾਣਗੀਆਂ। ਮੈਂ ਤਾਂ ਤੁਹਾਨੂੰ ਇੱਥੇ ਬੈਠੇ ਹੀ ਦੱਸੀ ਜਾਂਦਾ, ਕਿਆ ਪਤਾ ਕਿਹਦਾ ਕਦੋਂ ਬੁਲਾਵਾ ਆ ਜਾਂਦਾ, ਕਿਤੇ ਕੋਈ ਪਤਾ ਨਹੀਂ ਹੁੰਦਾ। ਪਰ ਜਿਹੜੇ ਵੀਡੀਓ ਨੇ ਇਹ ਗੱਜ ਕੇ ਬੋਲਣਗੇ, ਤੁਹਾਡੇ ਸਿਰ ਚੜ੍ਹ ਕੇ ਬੋਲਣਗੇ, ਕਿਉਂਕਿ ਮੈਂ ਉਹ ਚੀਜ਼ਾਂ ਦੱਸ ਕੇ ਜਾਊਂਗਾ ਤੁਹਾਨੂੰ ਜਿਹੜੀਆਂ ਚੀਜ਼ਾਂ ਦੁਨੀਆ ਦੇ ਵਿੱਚ ਕਾਇਮ ਰਹਿਣਗੀਆਂ ਸਦਾ। ਔਰ ਸਾਡੀਆਂ ਬਿਮਾਰੀਆਂ ਤੋਂ ਛਡਾਉਣ ਲਈ ਐਲੋਵੀਰਾ ਦਾ ਪਲਪ ਕੱਢ ਕੇ ਖਾਓ, ਬਾਜ਼ਾਰੋਂ ਐਲੋਵੀਰਾ ਡੱਬੇ 'ਚ ਖਰੀਦ ਕੇ ਨਹੀਂ ਖਾਣਾ। ਆਹ ਦੇਖੋ ਮੈਂ ਤੁਹਾਨੂੰ ਦਿਖਾਉਣਾ, ਇਹਨੂੰ ਵੀ ਐਲੋਵੀਰਾ ਜੂਸ ਕਹਿੰਦੇ ਆ। ਇਹ ਮੈਂ ਉਹਨਾਂ ਲੋਕਾਂ ਨੂੰ ਦਿੰਦਾ ਜਿਹੜੇ ਲੋਕ ਮੇਰਾ ਕਹਿਣਾ ਨਹੀਂ ਮੰਨਦੇ, ਮੈਂ ਦੇ ਦਿੰਦਾ ਵੀ ਲੈ ਜਾਓ। ਮੈਨੂੰ ਕਿਤੇ ਪੈਸੇ ਆਉਂਦੇ ਮਾੜੇ ਲੱਗਦੇ ਨੇ, ਮੇਰੀ ਉਹ ਕੰਪਨੀ ਦਾ, ਮੇਰਾ ਹੀ ਹੈ। ਪਰ ਮੈਨੂੰ ਇਹ ਪਤਾ ਹੈ ਵੀ ਇਹਨੂੰ ਪੀਣਾ ਅਤੇ ਇਹਨੂੰ ਕੱਟ ਕੇ ਖਾਣਾ ਜ਼ਮੀਨ ਅਸਮਾਨ ਦਾ ਫਰਕ ਹੈ।
ਇਹ ਤੁਹਾਡੀ ਖੁਸ਼ੀ ਹੈ। ਘਰੇ 50 ਰੁਪਏ ਦਾ ਗਮਲਾ ਲਿਆ ਕੇ ਇਹ 'ਚੋਂ ਕੱਟ ਕੇ ਰੋਜ਼ ਖਾਣਾ ਕਿ 500 ਦੀ ਇੱਕ ਸ਼ੀਸ਼ੀ ਲੈ ਕੇ 10 ਦਿਨ 'ਚ ਪੀ ਕੇ ਮੁਕਾ ਦੇਣੀ ਹੈ। ਇਹ ਤੁਸੀਂ ਦੇਖਣਾ। ਮੈਨੂੰ ਤਾਂ ਦੋਨੇ ਪਾਸਿਓਂ ਮੈਂ ਖੁਸ਼ ਹਾਂ, ਚਾਹੇ ਮੇਰੇ ਤੋਂ ਸ਼ੀਸ਼ੀ ਲੈ ਜਾਓ, ਚਾਹੇ ਘਰੇ ਗਮਲਾ ਲਾ ਲਓ। ਇਹ ਗਮਲੇ ਦਾ ਪੈਸਾ ਅਸੀਂ ਕੋਈ ਨਹੀਂ ਲੈਂਦੇ, ਜਿਹੜੇ ਲੋਕ ਲੈ ਕੇ ਜਾਂਦੇ ਇਹ ਫ੍ਰੀ ਹੈ। ਤੇ ਮਤਲਬ ਕਹਿਣ ਦਾ ਕਿ ਇਹ ਇੱਕ ਸੱਚੀ ਸੁੱਚੀ ਗੱਲ ਮੈਂ ਤੁਹਾਨੂੰ ਦੱਸਤੀ ਕਿ ਸ਼ੂਗਰ ਨੂੰ ਤੇ ਤੁਹਾਡੇ ਗੋਡਿਆਂ ਦੇ ਦਰਦ, ਢੂਹੀ ਦੇ ਦਰਦ, ਕਮਰ ਬੈਕ ਦਰਦ, ਸਾਰੀਆਂ ਚੀਜ਼ਾਂ 'ਚ ਫਾਇਦਾ ਕਰੂਗਾ। ਐਲੋਵੇਰਾ ਕੱਟ ਕੇ 1 ਚਮਚਾ ਰੋਜ਼ ਖਾ ਲਿਆ ਕਰੋ, 1 ਦਿਨ ਛੱਡਣਾ ਹਫ਼ਤੇ 'ਚ। ਇਹ ਇੱਕ ਧਰਮਿੰਦਰ ਜੀ ਅੱਜ ਮੇਰੇ ਮਨ 'ਚ ਗੱਲ ਆਈ ਸੀ, ਮੈਂ ਦੱਸਤੀ, ਔਰ ਇਹ ਸੱਚਾਈ ਹੈ। ਇਹਦੇ ਨਾਲ ਤੁਸੀਂ ਦੇਖਿਓ ਤੁਹਾਡੀ ਮਤਲਬ ਮੁੜ ਜਵਾਨੀ, ਜਿਵੇਂ ਕਈ ਮੈਨੂੰ ਆ ਕੇ ਕਹਿਣਗੇ ਭਰਾ ਗੋਇਲ ਸਾਹਿਬ 25 ਸਾਲ ਪਿੱਛੇ ਮੋੜਤਾ ਤੁਹਾਡੇ X+ ਨੇ ਤਾਂ ਮੈਨੂੰ। ਮੈਂ ਕਹਿੰਦਾ ਯਾਰ ਬਸ ਇਹੀ ਬਹੁਤ ਖੁਸ਼ੀ ਹੈ ਮੇਰੇ ਲਈ। ਬਸ ਤੂੰ ਚਾਹੇ ਤਾਂ ਮੈਨੂੰ ਲੱਖ ਰੁਪਇਆ ਦੇ ਜਾ, ਉਹਦੀ ਐਡੀ ਵੈਲਿਊ ਨਹੀਂ। ਆਹ ਜਿਹੜੀ ਤਾਂ ਗੱਲ ਕਹੀ ਹੈ ਇਹਦੀ ਵੈਲਿਊ ਹੈ। ਔਰ ਸੱਚਮੁੱਚ ਇਹ ਗੱਲਾਂ ਮੈਂ ਆਪਦੇ ਕੰਨੀ ਸੁਣਦਾ, ਔਰ ਜਿਹਨਾਂ ਨੇ ਅਜਮਾਇਆ ਉਹਨਾਂ ਨੂੰ ਪਤਾ ਵੀ ਹੈ। ਔਰ ਹੁਣ ਸਾਡੀਆਂ ਭੈਣਾਂ ਵੀ ਬੋਲਦੀਆਂ ਨੇ ਕਿ ਵੀਰੇ ਤੂੰ ਜਿਹੜਾ ਨਾਰੀ ਗੱਜ ਕੇਸਰੀ ਬਣਾਇਆ ਨਾ, ਇਹ ਅੱਜ ਤੱਕ ਕਿਸੇ ਕੰਪਨੀ ਨੇ ਸਾਡੇ ਲਈ ਨਹੀਂ ਸੋਚਿਆ ਸੀਗਾ। ਸਾਨੂੰ ਐਵੇਂ ਮਿਨਰਲ ਵਿਟਾਮਿਨ ਖਿਲਾਈ ਗਏ ਹੁਣ ਤੱਕ, ਪਰ ਇਹਨੇ ਸਾਡੇ ਸਰੀਰ 'ਚ ਜਾਨ ਪਾਈ ਹੈ, ਤੰਦਰੁਸਤੀ ਸਾਨੂੰ ਇਹਦੇ ਨਾਲ ਆਈ ਹੈ। ਜੀ ਬਿਲਕੁਲ ਜੀ। ਜਾਂਦੇ ਦੋ ਸਮੱਸਿਆਵਾਂ ਹੋਰ ਜੁੜ ਜਾਂਦੀਆਂ ਹੁੰਦੀਆਂ ਨੇ ਸ਼ੂਗਰ ਦੇ ਨਾਲ, ਉਹਨਾਂ ਦਾ ਵੀ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਗੋਇਲ ਸਾਹਿਬ ਕੋਲ ਹੈਗਾ। ਇੱਕ ਤਾਂ ਜੀ ਅੱਖਾਂ ਦੀ ਰੋਸ਼ਨੀ ਦੇ ਉੱਤੇ ਫਰਕ ਪੈਂਦਾ ਹੈ, ਤੇ ਦੂਜਾ ਕਬਜ਼ ਦੀ ਸਮੱਸਿਆ ਤੋਂ ਪੀੜਤ ਹੋ ਜਾਂਦੇ ਨੇ ਸ਼ੂਗਰ ਦੇ ਮਰੀਜ਼। ਕਬਜ਼ ਜਿਹੜੀ ਹੈ ਨਾ, ਇਹ ਇਕੱਲਾ ਸ਼ੂਗਰ ਦਾ ਮਰੀਜ਼ ਨਹੀਂ, ਕਬਜ਼ ਹੁੰਦੀ ਹੈ ਖੁਸ਼ਕੀ ਨਾਲ। ਖੁਸ਼ਕੀ ਕਰਦੀਆਂ ਨੇ ਦਵਾਈਆਂ, ਉਹਨਾਂ ਨੂੰ ਅਸੀਂ ਕਹਿੰਦੇ ਹੁੰਦੇ ਹਾਂ ਕਿ ਇਹ ਜਿਹੜਾ ਪਿਓਰ ਐਲਮੰਡ ਪ੍ਰੋਵੀ ਆਇਲ ਆ, ਇਹ ਐਲਮੰਡ ਬਦਾਮ ਦਾ ਤੇਲ ਆ। ਇਹ ਐਵੇਂ ਨਾਰਮਲ ਬਦਾਮ ਦਾ ਤੇਲ ਨਹੀਂ ਜਿਹੜਾ ਮਾਰਕੀਟ 'ਚ ਮਿਲੀ ਜਾਂਦਾ, ਉਹ ਆਪਾਂ ਨੇ ਯੂਜ਼ ਵੀ ਨਹੀਂ ਕਰਨਾ। ਪਰ ਜਦੋਂ ਤੱਕ ਤੁਸੀਂ ਇਹ ਨਹੀਂ ਲੈਂਦੇ ਉਹਨੂੰ ਲੈ ਸਕਦੇ ਹੋ, ਕਿਉਂਕਿ ਉਹ ਵੀ ਆਪਾਂ ਨੂੰ ਜੇ 100% ਨਹੀਂ ਤਾਂ 50% ਬੈਨੀਫਿਟ ਦਊਗਾ ਹੀ ਦਊਗਾ। ਪਰ ਇਹ ਪਿਓਰ ਹੈ। ਇਹਦਾ ਕਲਰ ਦੇਖੋ ਤੁਸੀਂ, ਇਹਦਾ ਕਲਰ ਡਿਫਰੈਂਟ ਆ, ਪੀਲਾ ਨਹੀਂ ਹੋ ਸਕਦਾ ਇਹ ਕਲਰ, ਮਤਲਬ ਜਿਵੇਂ ਟਰਾਂਸਪੇਰੈਂਟ ਜਿਹਾ ਹੁੰਦਾ ਉਹ ਕਲਰ ਨਹੀਂ ਹੈਗਾ। ਔਰ ਇਹਦੇ ਵਿੱਚ ਵੀ ਮਤਲਬ ਪ੍ਰੋਟੀਨ ਵਿਟਾਮਿਨ ਨਾਲ ਹੈਗੇ ਨੇ, ਪੂਰਾ ਪ੍ਰੋਪਰ ਪ੍ਰੋਟੀਨ ਵਿਟਾਮਿਨ ਦੀ ਮਾਤਰਾ। ਤੁਸੀਂ ਜਦ ਵੀ ਲੈਣਾ ਪਿਓਰ ਐਲਮੰਡ ਪ੍ਰੋਵੀ ਆਇਲ ਲੈਣਾ, ਵੈਦਵਾਨ ਕੰਪਨੀ ਦਾ, ਆਪਣਾ ਉੱਤੇ ਮੋਹਰ ਲੱਗੀ ਹੋਈ ਆ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਔਰ ਇਹ ਜਿਹੜਾ ਆਇਲ ਆ, ਇਹ ਜਦੋਂ ਅਸੀਂ ਪੀਣ ਲਈ ਦਿੰਦੇ ਹਾਂ ਦੁੱਧ 'ਚ ਪਾ ਕੇ 1 ਚਮਚਾ, ਨਾਲੇ ਤਾਂ ਦੁੱਧ ਦੀ ਪੂਰਤੀ ਹੋ ਗਈ, ਨਾਲੇ ਤੁਹਾਡੇ ਬਦਾਮ ਨੇ, ਇਹਨੇ ਬਦਾਮ ਦੇ ਤੇਲ ਨੇ ਪੇਟ ਦੀਆਂ ਇੰਟਰਸਟੇਨ ਨੂੰ ਨਰਮ ਕਰਕੇ, ਲੁਬਰੀਕੇਟ ਕਰਕੇ ਤੁਹਾਡਾ ਜਿਹੜਾ ਮਲ ਹੈ, ਜੰਮਿਆ ਹੋਇਆ ਟਾਇਲਟ ਆ, ਉਹਨੂੰ ਬਾਹਰ ਕੱਢ ਦੇਣਾ। ਔਰ ਹੌਲੀ ਹੌਲੀ ਪੇਟ ਸਾਫ਼ ਹੋਣ ਲੱਗ ਜੂਗਾ। ਔਰ ਇਹਦੇ ਨਾਲ ਇੱਕ ਕਬਜ਼ਨਾਸ਼ ਕੈਪਸੂਲ ਦਿੰਦੇ ਆ। ਧਰਮਿੰਦਰ ਜੀ ਕਮਾਲ ਹੋ ਗਿਆ ਉਹ ਸਾਡਾ ਪ੍ਰੋਡਕਟ। ਕਬਜ਼ਨਾਸ਼ ਕੈਪਸੂਲ ਦੀ 30 ਕੈਪਸੂਲ ਦੀ ਡੱਬੀ ਹੈ ਜੀ, ਔਰ ਅੱਜ ਤੱਕ ਕਿਸੇ ਨੇ ਪੂਰੀ ਡੱਬੀ ਨਹੀਂ ਸਮਾਪਤ ਕੀਤੀ। ਇੱਕ ਕੈਪਸੂਲ ਖਾ ਕੇ ਕਹਿੰਦੇ ਨੇ ਗੋਲ ਸਾਹਿਬ ਦੂਜੇ ਕੈਪਸੂਲ ਦੀ ਲੋੜ ਹੀ ਨਹੀਂ ਪਈ 15 ਦਿਨ, ਮਤਲਬ 10-15 ਦਿਨ ਬਾਅਦ। ਐ ਨਹੀਂ ਹੈ ਕਿ ਰੋਜ਼ 1 ਚਮਚਾ ਚੂਰਨ ਦਾ ਖਾਈ ਜਾਣਾ ਆਪਾਂ ਨੇ। ਉਹਦੇ ਨਾਲ ਸਾਨੂੰ ਕਾਫੀ ਦਿਨਾਂ ਤੱਕ ਪੇਟ ਸਾਡਾ ਸਾਫ਼ ਹੋ ਜਾਂਦਾ, ਔਰ ਸਾਡੇ ਪੇਟ ਦੇ ਵਿੱਚੋਂ ਐ ਹਲਕਾਪਣ ਆਉਂਦਾ ਜਿਵੇਂ ਸਰੀਰ ਦੇ ਵਿੱਚ ਕੋਈ ਬਹੁਤ ਬੜੀ એનર્ਜੀ ਆ ਗਈ ਹੋਵੇ। ਬਿਲਕੁਲ ਜੀ। ਤੇ ਇੱਕ ਅੱਖਾਂ ਦੇ ਵਾਸਤੇ ਵੀ ਦੱਸ ਦਿਓ ਜੀ ਕੀ ਚੀਜ਼ ਹੈ। ਅੱਖਾਂ ਵਾਸਤੇ ਆਪਾਂ ਬਣਾਇਆ ਹੈ ਇੱਕ ਤਾਂ ਅਸ਼ਵਾਮ੍ਰਿਤ ਪਾਊਡਰ ਹੈ। ਅਸ਼ਵਾਮ੍ਰਿਤ ਜਿਹੜਾ ਪਾਊਡਰ ਹੈ ਨਾ ਜੀ, ਉਹ ਇੱਥੇ ਇਸ ਟਾਈਮ ਡੱਬਾ ਪਿਆ ਨਹੀਂ ਮੈਂ ਦਿਖਾ ਦਿੰਦਾ। ਉਹ ਹੈ ਤਾਂ ਇਸ ਤਰ੍ਹਾਂ ਦਾ ਡੱਬਾ, ਪਰ ਉਹ ਮੈਂ ਤੁਹਾਨੂੰ ਅਗਲੀ ਵਾਰ ਦਿਖਾ ਦਾਂਗਾ। ਉਹ 'ਚ ਵਾਈਟ ਜਿਹਾ ਪਾਊਡਰ ਹੁੰਦਾ, ਕੰਚ ਦੀ ਬੋਤਲ 'ਚ ਬਣਾਇਆ ਅਸੀਂ ਅਸ਼ਵਾਮ੍ਰਿਤ ਪਾਊਡਰ। ਧਿਆਨ ਨਾਲ ਸੁਣਿਓ, ਉਹਦੇ ਵਿੱਚ ਅਸੀਂ ਇੱਕ ਤਾਂ ਪਾਈ ਹੈ ਬ੍ਰਹਮੀ ਬ੍ਰਿਤ, ਬ੍ਰਹਮੀ ਗੋਲਡ ਵਾਲੀ ਬ੍ਰਹਮੀ ਬੱਟੀ। ਇੱਕ ਅਸੀਂ ਉਹਦੇ ਵਿੱਚ ਪਾਈ ਹੈ ਸਪਤਾ ਅੰਮ੍ਰਿਤ ਲੋ, ਗੌਰ ਨਾਲ ਸੁਣਿਓ, ਸਪਤਾ ਅੰਮ੍ਰਿਤ ਲੋ। ਇੱਕ ਅਸੀਂ ਉਹਦੇ ਵਿੱਚ ਪਾਇਆ ਸਰਪਗੰਧਾ। ਨਾਲ ਅਸੀਂ ਉਹਨੂੰ ਬੇਸ ਦਿੱਤਾ ਜਿਹੜਾ ਉਹ ਦਿੱਤਾ ਹੈਗਾ ਆਪਣਾ ਅਸ਼ਵਗੰਧਾ ਦਾ, ਉਹਦਾ ਨਾਮ ਬਣਿਆ ਅਸ਼ਵ ਅੰਮ੍ਰਿਤ। ਅਸ਼ਵਾ ਅੰਮ੍ਰਿਤ ਜਿਹੜਾ ਸਾਡਾ ਪਾਊਡਰ ਹੈ, 1 ਚਮਚਾ ਸਵੇਰੇ ਦੁਪਹਿਰੇ ਸ਼ਾਮ ਜਦੋਂ ਅਸੀਂ ਦਿੰਦੇ ਹਾਂ ਨਾਲ ਖਾਣ ਨੂੰ, ਬਾਡੀ 'ਚ ਕਮਾਲ ਦੀ એનર્ਜੀ, ਕਿਉਂਕਿ ਅਸ਼ਵਗੰਧ ਜਿਹੜੀ ਹੈ ਸਾਡੇ ਟੋਟਲ ਨਾੜੀ ਤੰਤਰ ਨੂੰ ਮਜ਼ਬੂਤ ਕਰ ਦਿੰਦੀ ਹੈ। ਬ੍ਰਹਮੀ ਜਿਹੜੀ ਹੈ ਬ੍ਰਿਤ ਮਤਲਬ ਗੋਲਡ ਵਾਲੀ ਬ੍ਰਹਮੀ, ਉਹ ਸਾਡੀ ਬ੍ਰੇਨ ਦੀ ਇੱਕ ਨਸ ਨੂੰ ਤਾਕਤ ਦਿੰਦੀ ਹੈ। ਸਪਤਾ ਅੰਮ੍ਰਿਤ ਲੋ ਜਿਹੜੀ ਆ ਉਹ ਸਾਡੀ ਆਈ ਦੀਆਂ ਜਿੰਨੀਆਂ ਵੀ ਵੇਨਸ ਨੇ ਅੱਖਾਂ ਦੇ ਵਿੱਚ, ਉਹਨਾਂ ਨੂੰ ਤਾਕਤ ਦਿੰਦੀ ਹੈ। ਔਰ ਸਾਡੀਆਂ ਅੱਖਾਂ ਦੀ ਜਿਹੜੀ ਰੋਸ਼ਨੀ ਘਟ ਜਾਂਦੀ ਆ, ਜਿਵੇਂ ਹੁਣ ਮੰਨ ਲਓ ਮੇਰੇ ਐਨਕ ਲੱਗੀ ਹੋਈ ਆ, ਇਹ ਰੋਸ਼ਨੀ ਉੱਥੇ ਸਟਿਲ ਹੋ ਜੂਗੀ, ਐਨਕ ਵੀ ਤੁਹਾਡਾ ਨੰਬਰ ਗੇਨ ਅੱਗੇ ਨਹੀਂ ਵਧੂਗਾ। ਤਾਂ ਉਹ ਜਿਹੜੀ ਚੀਜ਼ ਆ ਸਪਤਾ ਅੰਮ੍ਰਿਤ ਲੋ ਵਾਲਾ ਜਿਹੜਾ ਫਾਰਮੂਲਾ ਸੀ ਅਸ਼ਵ ਅੰਮ੍ਰਿਤ ਹੈ, ਉਹ ਅਸੀਂ ਨਾਲ ਦੇ ਦਿੰਦੇ ਹਾਂ। ਅਤੇ ਦੂਜਾ ਆਈ ਡਰੋਪ ਆਪਣੇ ਬਣਿਆ ਹੋਇਆ, ਆਫਿਸ 'ਚ ਜਿੰਨੇ ਵੀ ਲੋਕ ਲੈਂਦੇ ਆ ਉਹ ਆ ਕੇ ਲੈਂਦੇ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿੰਨੇ ਵੀ ਸਾਡੇ ਪੇਸ਼ੈਂਟ ਸਵੇਰੇ ਬੈਠੇ ਹੁੰਦੇ ਆ 150, ਸਾਰਿਆਂ ਦੇ ਅੱਖਾਂ 'ਚ ਸਵੇਰੇ ਉਹ ਫ੍ਰੀ ਸੇਵਾ ਕਰੀਦੀ ਆ। ਜਾਂਦੇ ਉਹ ਕਹਿੰਦੇ ਨੇ ਜੀ ਦੇ ਦਿਓ 1 ਪੀਸ 2 ਪੀਸ, ਫਿਰ ਅਸੀਂ 2 ਪੀਸਾਂ ਦੇ ਨਾਲ 1 ਪੀਸ ਫ੍ਰੀ ਵੀ ਰੱਖਿਆ ਹੋਇਆ। ਇਹ ਵੀ ਸੇਵਾ ਅਸੀਂ ਕਰਦੇ ਰਹਿੰਦੇ ਹਾਂ ਕਿ ਅੱਖਾਂ ਦੀ ਜਿਹੜੀ ਦਵਾਈ ਆ ਅਸ਼ੁਭ ਅੰਮ੍ਰਿਤ, ਗੌਰ ਨਾਲ ਸੁਣ ਲਿਓ, ਅਸ਼ੁਭ ਅੰਮ੍ਰਿਤ ਜਿਹੜਾ ਹੈਗਾ ਬਹੁਤ ਕਮਾਲ ਦਾ ਸਾਡਾ
ਪ੍ਰੋਡਕਟ ਆਇਆ ਜਿਹੜਾ ਅਸੀਂ ਡਾਇਬਟਿਕ ਪੇਸ਼ੈਂਟ ਨੂੰ ਵੀ ਦਿੰਦੇ ਹਾਂ, ਮਾਈਗ੍ਰੇਨ ਦੇ ਪੇਸ਼ੈਂਟ ਨੂੰ ਵੀ ਦਿੰਦੇ ਹਾਂ, ਹੋਰ ਵੀ ਹਰ ਤਰ੍ਹਾਂ ਦੇ ਬ੍ਰੇਨ ਨਾਲ ਜਾਂ ਨਰਵ ਸਿਸਟਮ ਨਾਲ ਲਿਕੁਇਡ ਜਿਹੜੇ ਜੁੜਦੇ ਆ ਪ੍ਰੋਬਲਮ, ਉਹਨਾਂ ਦੇ ਵਿੱਚੋਂ ਦਿੱਤਾ ਜਾਂਦਾ। ਗੋਇਲ ਸਾਹਿਬ, ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਤੇ ਇੱਕ ਬਿਹਤਰੀਨ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਈ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਧਰਮਿੰਦਰ ਜੀ, ਤੁਹਾਡਾ ਵੀ ਧੰਨਵਾਦ। ਇੱਕ ਛੋਟੀ ਜੀ ਗੱਲ ਮੈਂ ਹੋਰ ਦੱਸ ਦੇਵਾਂ। ਥੋੜ੍ਹੇ ਜਿਹੇ ਦਿਨ ਪਹਿਲਾਂ ਅਸੀਂ ਬੈਠੇ ਸੀਗੇ, ਮੈਂ ਤੇ ਮੇਰੀ ਵਾਈਫ, ਉਹ ਵੀ ਬੜੀ ਧਾਰਮਿਕ ਖਿਆਲਾਂ ਦੀ ਹੈ ਲੇਡੀ, ਅਤੇ ਉਹ ਅਸੀਂ ਬੈਠੇ ਬੈਠੇ ਘਰ ਬੈਠੇ ਗੱਲਾਂ ਬਾਤਾਂ ਕਰਦੇ ਸੀ। ਇੱਕ ਜਾਗਰਣ 'ਚੋਂ ਅਸੀਂ ਆਏ ਸੀ ਰਾਤ ਨੂੰ, ਅਤੇ ਉਹ ਕਹਿੰਦੀ ਤੁਸੀਂ ਜਿਹੜਾ ਦਸਵੰਧ ਕੱਢਦੇ ਹੋ, ਲੋਕਾਂ ਤੋਂ ਪੈਸੇ ਵੀ ਲੈਂਦੇ ਹੋ, ਉਹਦਾ ਦਸਵੰਧ ਕੱਢਦੇ ਹੋ, ਕਿੱਥੇ ਲਾਉਂਦੇ ਹੋ? ਮੈਂ ਕਿਹਾ ਕਦੇ ਕਿਸੇ ਗਰੀਬ ਕਲੋਨੀ 'ਚ ਕੈਂਪ ਲਾ ਦਈਦਾ ਆਪਾਂ, ਤੈਨੂੰ ਪਤਾ ਤਾਂ ਹੈਗਾ, ਕਦੇ ਕਿਤੇ ਆਪਾਂ ਮੰਦਿਰ 'ਚ ਦੇ ਦਈਦੇ ਨੇ, ਕਦੇ ਗੁਰਦੁਆਰੇ 'ਚ ਦੇ ਦਈਦੇ ਨੇ, ਕਦੇ ਕਿਤੇ। ਉਹ ਕਹਿੰਦੀ ਕਿਉਂ ਨਾ ਜਿਹੜਾ ਸਾਡੇ ਘਰੇ ਲੋਕ ਆਉਂਦੇ ਆ ਉਹਨਾਂ ਨੂੰ ਦਈਏ। ਮੈਂ ਕਿਹਾ ਦੱਸ ਤੇਰੇ ਮਨ 'ਚ ਕੀ ਆਇਆ? ਸੱਚੀ ਗੱਲ ਧਰਮਿੰਦਰ ਜੀ, ਹੈਰਾਨ ਕਰਨ ਵਾਲੀ ਗੱਲ ਹੈ ਵੀ ਪਹਿਲਾਂ ਤਾਂ ਮੈਂ ਬਾਣੀਆਂ, ਫਿਰ ਉੱਤੋਂ ਬਾਣੀ ਦੀ ਘਰ ਵਾਲੀ, ਗੱਲ ਕੀ ਸੋਚ ਰਹੇ ਆ ਬੈਠੇ? ਬਾਣੀਆਂ ਦਾ ਕਹਿੰਦਾ ਮੈਨੂੰ 2 ਪੈਸੇ ਵੱਧ ਕਿੱਥੋਂ ਮਿਲ ਜਾਣ, ਗੱਲ ਕੀ ਸੋਚ ਰਹੇ ਆ ਬੈਠੇ? ਉਹ ਕਹਿੰਦੀ ਜੀ ਅੱਜ TV ਚੈਨਲ 'ਤੇ ਮੈਂ ਗੱਲ ਕਲੀਅਰ ਕਰਨੀ ਹੈ, ਕਿਉਂਕਿ ਇਹ ਗੱਲ ਪਤਾ ਨਹੀਂ ਕਿੱਥੇ ਤੱਕ, ਦੂਰ ਤੱਕ ਜਾਊਗੀ। ਜਦੋਂ ਗੱਲ ਕਹਿੰਦੇ ਨੇ ਬਾਤ ਨਿਕਲੀ ਹੈ ਤਾਂ ਦੂਰ ਤੱਕ ਜਾਏਗੀ, ਇਹ ਬਾਤ ਐਸੀ ਹੈ ਕਿ ਦੂਰ ਤੱਕ ਜਾਊਗੀ। ਮੈਂ ਉਹਨੂੰ ਕਹਾ, ਮੈਂ ਕਿਹਾ ਦੱਸ ਤੂੰ। ਕਹਿੰਦੀ ਜਿਹੜੇ ਤੁਸੀਂ ਬਿੱਲ ਬਣਾਉਂਦੇ ਹੋ ਮਰੀਜ਼ ਦਾ, ਤੁਸੀਂ ਉਹ 'ਚੋਂ ਸਿੱਧਾ 10% ਕੱਟ ਦਿਆ ਕਰੋ ਬਾਬਾ ਜੀ ਦਾ ਨਾਮ ਲੈ ਕੇ। ਤੁਸੀਂ ਬਾਬਾ ਨਾਨਕ ਦਾ ਨਾਮ ਲੈ ਕੇ ਕਹੇ ਬਾਬਾ ਜੀ ਅਸੀਂ ਤੁਹਾਡੀ ਗੋਲਕ 'ਚ 10% ਪਾਤਾ, ਇਹਨੂੰ ਬਰਕਤ ਦੇ ਜੀ। ਲਓ ਜੀ, ਇਹ ਧਰਮਿੰਦਰ ਜੀ ਉਸੇ ਦਿਨ ਦਾ ਸ਼ੁਰੂ ਕੀਤਾ ਹੈ ਕਲੀਨਿਕ 'ਤੇ। ਜਿਹਦਾ ਬਿੱਲ ਬਣਦਾ, ਜਿਨ੍ਹਾਂ ਨੂੰ ਜਾ ਰਹੀ ਹੈ ਦਵਾਈ, ਸਭ ਨੂੰ ਪਤਾ, ਚਾਹੇ ਕੋਈ ਅਮਰੀਕਾ ਤੋਂ ਆਵੇ, ਚਾਹੇ ਕੋਈ ਕੈਨੇਡਾ ਤੋਂ ਆਵੇ, ਚਾਹੇ ਕੋਈ ਇੱਥੋਂ ਆਵੇ, ਚਾਹੇ ਕੋਈ ਕਿਤੋਂ ਆਵੇ। ਗਰੀਬ ਅਮੀਰ ਨਹੀਂ ਦੇਖਿਆ ਜਾ ਰਿਹਾ, ਸਿਰਫ ਪਰਚੀ ਦੇਖੀ ਜਾ ਰਹੀ ਹੈ, ਉਹਦੇ ਉੱਪਰ ਲਿਖ ਦਿੱਤਾ ਜਾਂਦਾ ਲੈਸ 10% ਸਪੈਸ਼ਲ। ਔਰ ਬਾਬਾ ਜੀ ਦਾ ਐਸਾ ਆਸ਼ੀਰਵਾਦ ਮਿਲਿਆ ਜੀ, ਮਨ ਨੂੰ ਸ਼ਾਂਤੀ ਹੈ ਵੀ ਅਸੀਂ ਕੁਛ ਨਾ ਕੁਛ ਆਪਣੇ ਸਮਾਜ ਲਈ ਕਰ ਰਹੇ ਹਾਂ। ਦੇਖੋ ਪੈਸਾ ਤਾਂ ਦੁਨੀਆ ਲੈਂਦੀ ਹੈ, ਕਮਾਉਂਦੀ ਵੀ ਹੈ, ਇੱਥੇ ਹੀ ਪਿਆ ਰਹਿ ਜਾਣਾ, ਬੈਂਕਾਂ 'ਚ ਬੈਲੈਂਸ ਪਏ ਰਹਿ ਜਾਂਦੇ ਨੇ। ਪਰ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਘੱਟ ਮਿਲਦੀਆਂ ਨੇ। ਮੈਂ ਧੰਨ ਕਿ ਸਾਨੂੰ ਸਾਡੀ ਜਿਹੜੀ ਧਰਮ ਪਤਨੀ ਹੈ ਉਹ ਵੀ ਇੱਦਾਂ ਦੀ ਮਿਲੀ ਹੈ, ਜਿਹੜੀ ਕਹਿੰਦੀ ਹੈ ਵੀ ਹਰ ਵਕਤ ਲੋਕਾਂ ਨੂੰ ਕੀ ਆਪਾਂ ਦੇ ਸਕਦੇ ਹਾਂ। ਤਾਂ ਇਸ ਕਰਕੇ ਬੜੀ ਖੁਸ਼ੀ ਹੁੰਦੀ ਹੈ। ਅੱਜ ਇਹ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਸਾਂਝੀ ਕੀਤੀ ਹੈ ਕਿ ਜਿਹੜਾ ਅਸੀਂ ਦਸਵੰਧ ਕੱਢਦੇ ਹਾਂ ਉਹ ਅਸੀਂ ਆਪਦੇ ਮਰੀਜ਼ਾਂ ਨੂੰ ਹੀ ਹੱਥ ਜੋੜ ਕੇ ਕਹਿੰਦੇ ਹਾਂ ਕਿ ਲਓ ਜੀ। ਅੱਗੇ ਸਾਨੂੰ ਲੋਕ ਕਹਿੰਦੇ ਸੀ ਗੋਇਲ ਸਾਹਿਬ ਕੋਈ ਡਿਸਕਾਊਂਟ ਦੇ ਦਿਓ, ਅਬ ਬਾਬਾ ਜੀ ਨੇ ਐਸੀ ਮਿਹਰ ਪਾਈ, 10% ਦੀ ਪੱਕੀ ਉਹ ਪਰਚੀ ਬਣ ਗਈ। ਜਿਹੜਾ ਵੀ ਆਉਂਦਾ ਉਹਨੂੰ ਉਹ ਮਿਲਣਾ ਹੀ ਮਿਲਣਾ, ਚਾਹੇ ਕੋਈ ਘਰੇ ਬੈਠਾ ਦਵਾਈ ਮੰਗਾਉਂਦਾ, ਚਾਹੇ ਇੱਥੋਂ ਲੈ ਕੇ ਜਾਂਦਾ ਜੀ। ਗੋਇਲ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਤੁਹਾਡਾ ਵੀ ਧਰਮਿੰਦਰ ਜੀ ਬਹੁਤ ਬਹੁਤ ਧੰਨਵਾਦ। ਸੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ, ਧੰਨਵਾਦ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।